ਕੈਂਸਰ ਇੱਕ ਯਹੀ ਬਿਮਾਰੀ ਹੈ ਜਿਹਦਾ ਨਾਮ ਸੁਣਦੇ ਸਾਰ ਮਰੀਜ਼ ਆਪਣਾ ਹੌਸਲਾ ਛੱਡ ਦਿੰਦਾ। ਪਰ ਹੁਣ ਕੈਂਸਰ ਵੀ ਕਈ ਤਰ੍ਹਾਂ ਦੇ ਆ ਗਏ ਔਰ ਤੁਹਾਨੂੰ ਦੱਸ ਦਈਏ ਮੈਕਸਿਮਮ ਕੈਂਸਰਾਂ ਦਾ ਇਲਾਜ ਜਿਹੜਾ ਹੈ ਉਹ ਸੰਭਵ ਹੈਗਾ। ਔਰ ਚੰਡੀਗੜ੍ਹ ਵਿੱਚ ਹੁਣ ਪੇਟ ਕੈਂਸਰ ਦੀ ਜਿਹੜੀ ਬਿਮਾਰੀ ਹੈ, ਪੇਟ ਦਾ ਵੀ ਕੈਂਸਰ ਹੁੰਦਾ ਔਰ ਪੇਟ ਕੈਂਸਰ ਦੀ ਜਿਹੜੀ ਬਿਮਾਰੀ ਹੈ ਉਸ ਦੇ ਉੱਤੇ ਬਹੁਤ ਵੱਡਾ ਸੈਮੀਨਾਰ ਹੋਣ ਜਾ ਰਿਹਾ। ਉਸ ਸੈਮੀਨਾਰ ਵਿੱਚ ਸਿਰਫ ਦੇਸ਼ ਦੇ ਨਹੀਂ ਬਲਕਿ ਵਿਦੇਸ਼ ਦੇ ਵੀ ਡਾਕਟਰ ਜਿਹੜੇ ਆ ਉਹ ਪਾਰਟਿਸਿਪੇਟ ਕਰ ਰਹੇ ਨੇ। ਔਰ ਇਹਨੂੰ ਜਿਹੜਾ ਸੈਮੀਨਾਰ ਹੈ ਇਸ ਦਾ ਆਯੋਜਨ ਜਿਹੜਾ ਹੈ ਪੀਜੀਆਈ ਕਰ ਰਿਹਾ। ਪੀਜੀਆਈ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਹਸਪੀਟਲ ਹੈਗਾ। ਸਾਡੇ ਨਾਲ ਪ੍ਰੋਫੈਸਰ ਰਾਕੇਸ਼ ਕਪੂਰ ਜੀ ਹੈ, ਹੈੱਡ ਆਫ ਦੀ ਰੇਡੀਓਥੈਰੇਪੀ ਦੇ ਜਿਹੜੇ ਹੈੱਡ ਹੈਗੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਪਹਿਲਾਂ ਤਾਂ ਦੈਨਿਕ ਸਵੇਰਾ 'ਤੇ ਸਵਾਗਤ ਹੈ। ਥੈਂਕ ਯੂ ਸੋ ਮਚ। ਸਰ ਕੈਂਸਰ ਜਿਹੜਾ ਹੈ ਬਹੁਤ ਜ਼ਿਆਦਾ ਮਤਲਬ ਕਿ ਲੋਕਾਂ ਦੇ ਮਨ 'ਚ ਨਾ ਇੱਕ ਵਾਰੀ ਹੌਸਲਾ, ਜਿਹਨੂੰ ਵੀ ਕੈਂਸਰ ਹੁੰਦਾ ਉਹ ਹੌਸਲਾ ਮਰੀਜ਼ ਜਿਹੜਾ ਹੌਸਲਾ ਛੱਡ ਜਾਂਦਾ। ਹਾਲਾਂਕਿ ਡਾਕਟਰ ਕਈ ਵਾਰੀ ਕਹਿੰਦੇ ਆ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਔਰ ਹੁਣ ਤਾਂ ਮੈਨੂੰ ਲੱਗਦਾ ਹੈ ਕੈਂਸਰ ਜਿਹੜੀ ਲਾਈਲਾਜ ਬਿਮਾਰੀ ਆ ਉਸ ਦਾ ਵੀ ਇਲਾਜ ਜਿਹੜਾ ਸੰਭਵ ਹੈਗਾ। ਸਰ ਹੁਣ ਪੇਟ ਦਾ ਜਿਹੜਾ ਕੈਂਸਰ ਹੈ ਜਿਸ ਦੇ ਉੱਤੇ ਸੈਮੀਨਾਰ ਹੋਣ ਜਾ ਰਿਹਾ, ਇਸ 'ਚ ਕੀ ਰਹਿਣ ਵਾਲਾ? ਦੇਖੋ, ਹਰ ਸੁਸਾਇਟੀ ਦੇ ਵਿੱਚ ਕੁਝ ਕੈਂਸਰ ਹਨ ਜਿਹੜੇ ਫੈਲਣਾ ਸ਼ੁਰੂ ਹੁੰਦੇ ਨੇ, ਜਿਸ ਵੇਲੇ ਤੋਂ ਉਹਨਾਂ ਦਾ ਟ੍ਰੈਂਡ ਜਿਹੜਾ ਇੱਕ ਦੇਖਿਆ ਜਾਂਦਾ ਈਅਰਸ ਦੇ ਵਿੱਚ ਕਿ ਉਹ ਘਟ ਰਹੇ ਨੇ ਜਾਂ ਵੱਧ ਰਹੇ ਨੇ। ਸਾਡੇ ਇਸ ਏਰੀਏ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਇਹ ਹੈ ਕਿ ਹੁਣ GI ਕੈਂਸਰ ਜਿਹੜੇ ਨੇ ਉਹ ਇਨਕਰੀਜ਼ ਹੋ ਰਹੇ ਨੇ। ਬਾਕੀ ਕੈਂਸਰ ਕੁਝ ਜਿਹੜੇ ਪਹਿਲੇ ਜ਼ਿਆਦਾ ਸੀ ਉਹ ਘਟ ਗਏ ਨੇ, ਜਿਸ ਤਰ੍ਹਾਂ ਸਰਵਾਈਕਲ ਕੈਂਸਰ ਫੀਮੇਲ ਦੇ ਸੀ ਉਹ ਘੱਟ ਹੋ ਗਿਆ, ਬ੍ਰੈਸਟ ਕੈਂਸਰ ਵੱਧ ਰਿਹਾ। ਤਾਂ ਜਿਹੜੀ ਇਹ 3 ਦਿਨ ਦੀ ਅਸੀਂ ਗੋਸ਼ਟੀ ਰੱਖੀ ਹੈ, ਜਿਹੜੀ ਕਾਨਫਰੰਸ ਰੱਖੀ ਹੈ, ਉਹ ਰਿਲੇਟਡ ਟੂ GI ਕੈਂਸਰਸ, ਈਸੋਫੇਜੀਅਲ ਕੈਂਸਰ, ਗੈਸਟ੍ਰਿਕ ਕੈਂਸਰ, ਹੈਪੈਟਿਕ ਕੈਂਸਰ, ਲਿਵਰ ਦੇ ਜਿਹੜੇ ਕੈਂਸਰ ਹਨ ਔਰ ਗਾਲ ਬਲੈਡਰ ਕੈਂਸਰ। ਅਸੀਂ ਅਪਰ GI ਦੇ ਸਾਰੇ ਏਰੀਆਜ਼ ਦੇ ਬਾਰੇ ਜਿਹੜਾ ਕਿ ਇਹਨਾਂ ਦੇ ਕਾਰਨ ਕੀ ਹਨ, ਇਹਦੀ ਪ੍ਰੀਵੈਂਸ਼ਨ ਕੀ ਹੈ ਔਰ ਟ੍ਰੀਟਮੈਂਟ ਦੇ ਵਿੱਚ ਨਈ ਚੀਜ਼ ਕਿਹੜੀ ਇਸ ਵੇਲੇ ਆਈ ਹੈ ਜਿਹੜੀ ਅਸੀਂ ਇੰਟੀਗ੍ਰੇਟ ਕਰ ਸਕਦੇ ਹਾਂ। ਕਿਉਂਕਿ GI ਕੈਂਸਰ ਇੱਕ ਮਲਟੀ ਡਿਸਪਲਿਨਰੀ ਮੈਨੇਜਮੈਂਟ ਟੀਮ ਚਾਹੀਦੀ ਹੁੰਦੀ ਹੈ, ਜਿਹਦੇ ਵਿੱਚ ਤੁਹਾਡਾ ਸਰਜੀਕਲ ਗੈਸਟ੍ਰੋਐਂਟਰੋਲੋਜੀ ਸਰਜਨ ਚਾਹੀਦਾ ਹੈ, ਜਿਹਦੇ ਵਿੱਚ ਮੈਡੀਕਲ ਔਨਕੋਲੋਜਿਸਟ, ਰੇਡੀਏਸ਼ਨ ਔਨਕੋਲੋਜਿਸਟ, ਕਲੀਨਿਕਲ ਔਨਕੋਲੋਜਿਸਟ, ਇਮਿਊਨੋਪੈਥੋਲੋਜਿਸਟ, ਇਹਦੇ ਇਲਾਵਾ ਕੁਝ ਡਾਇਟਰੀ ਐਸੀਆਂ ਚੀਜ਼ਾਂ ਜਿਨ੍ਹਾਂ ਦਾ ਰੋਲ ਹੈ ਉਹ ਸਾਰੇ ਦੇ ਸਾਰੇ ਇਨਵੋਲਵ ਹੋ ਕੇ ਇੱਕ ਪੇਸ਼ੈਂਟ ਨੂੰ ਟ੍ਰੀਟ ਕਰਦੇ ਨੇ। ਸੋ ਇਸ ਕਾਨਫਰੰਸ ਦੇ ਵਿੱਚ ਅਸੀਂ ਇੰਡੀਆ ਦੇ ਵਿੱਚ ਕੁਝ ਨਈ ਚੀਜ਼ਾਂ ਜਿਹੜੀਆਂ ਕਿ ਹੁਣ ਡਿਵੈਲਪ ਹੋਈਆਂ ਨੇ ਔਰ ਅਸੀਂ ਆਪਣੇ PGI ਦੇ ਵਿੱਚ ਟੈਸਟ ਕਰਕੇ ਤਸਕੀਸ ਕਰਕੇ ਉਹ ਰਿਸਰਚ ਕਰਕੇ ਪ੍ਰੂਵ ਕੀਤਾ ਕਿ ਜਿਸ ਤਰ੍ਹਾਂ ਲਿਵਰ ਕੈਂਸਰ ਹੈ ਉਹਦੇ ਵਿੱਚ ਪਹਿਲੇ ਰੇਡੀਓਥੈਰੇਪੀ ਨਹੀਂ ਦਿੰਦੇ ਸੀ ਪ੍ਰਾਇਮਰੀ ਟ੍ਰੀਟਮੈਂਟ, ਹੁਣ ਇਟ ਇਜ਼ ਐਕਸੈਪਟਡ ਐਜ਼ ਅ ਪ੍ਰਾਇਮਰੀ ਟ੍ਰੀਟਮੈਂਟ। ਉਹ ਸਾਡਾ ਆਪਣਾ ਹਸਪੀਟਲ ਆਪਣਾ ਡਿਪਾਰਟਮੈਂਟ ਦਾ ਡਾਟਾ ਪਬਲਿਸ਼ ਹੋ ਗਿਆ, ਉਹ ਅਸੀਂ ਉਹਦੇ ਉੱਤੇ ਵੀ ਕਾਫੀ ਲੋਕ ਆਪਣਾ ਵਿਚਾਰ ਕਰਨਗੇ। ਫਿਰ ਇੱਕ ਅਸੀਂ ਕੰਸੈਂਸਸ ਗਾਈਡਲਾਈਨ ਪੈਨਲ ਕਰ ਰਹੇ ਹਾਂ ਗਾਲ ਬਲੈਡਰ ਕੈਂਸਰ ਦੇ ਉੱਪਰ, ਜਿਹੜੇ ਇੰਡੀਆ ਦੇ ਵਿੱਚ ਕੁਝ ਏਰੀਆ ਦੇ ਸਪੈਸੀਫਾਈਡ ਏਰੀਆ ਸਬ ਹਿਮਾਲਯਨ ਬੈਲਟ ਹੈ, ਜਿਸ ਤਰ੍ਹਾਂ ਸਾਊਥ ਦਾ ਏਰੀਆ ਉਹਦੇ ਜ਼ਿਆਦਾ, ਉਹਦੇ ਵਿੱਚ ਵੀ ਗਾਈਡਲਾਈਨ ਕੱਢਾਂਗੇ ਬਿਕਾਜ਼ ਪੈਨ ਇੰਡੀਆ ਜਿਹੜੇ ਪਾਰਟਿਸਪੈਂਟਸ ਹਨ ਉਹ ਸਾਡੇ ਇੱਥੇ ਆ ਰਹੇ ਨੇ। ਦੇਰ ਆਰ ਸਪੈਸ਼ਲਿਸਟ ਜਿਹੜੇ ਕਿ ਬਾਹਰੋਂ ਵੀ ਆ ਰਹੇ ਨੇ, ਆਕਸਫੋਰਡ ਯੂਨੀਵਰਸਿਟੀ ਤੋਂ, ਕੈਡਿਫ ਤੋਂ, ਉਹਦੇ ਇਲਾਵਾ ਥਾਈਲੈਂਡ ਤੋਂ, ਉਹ ਵੀ ਸਾਡੇ ਨਾਲ ਇੰਟੀਗ੍ਰੇਟਿਡ ਅਪਰੋਚ ਦੇ ਉੱਪਰ ਗੱਲਬਾਤ ਕਰਕੇ ਉਹਦਾ ਵੀ ਇੱਕ ਅਸੀਂ ਪੈਨਲ ਦੇ ਵਿੱਚੋਂ ਡਿਸਕਸ਼ਨ ਦੇ ਜੋ ਨਿਸ਼ਕਰਸ਼ ਕੱਢਾਂਗੇ। ਇੱਕ ਯੂਨੀਕ ਚੀਜ਼ ਜਿਹੜੀ ਇਹਦੇ ਵਿੱਚ ਰੱਖੀ ਹੈ ਉਹ ਇਹ ਹੈ, ਅਸੀਂ ਇੱਕ ਸਪਿਰਿਚੁਅਲਿਟੀ, ਯੋਗਾ, ਐਕਸਰਸਾਈਜ਼ ਔਰ ਡਾਈਟ, ਇਹਦਾ ਕੀ ਰੋਲ ਹੈ ਸਰਵਾਈਵਰਸ਼ਿਪ ਉੱਪਰ GI ਕੈਂਸਰਸ ਦੇ ਔਰ ਪ੍ਰੀਵੈਂਸ਼ਨ ਦੇ ਉੱਪਰ ਕਿੰਨਾ ਰੋਲ ਹੈ ਔਰ ਜਿਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਉਹਨਾਂ ਨੂੰ ਇਹ ਕਿਸ ਤਰ੍ਹਾਂ ਹੈਲਪ ਕਰਦੀ ਹੈ। ਉਹਦੇ ਵਿੱਚ ਯੋਗਾ ਦੇ ਐਕਸਪਰਟ ਬੈਠੇ ਦੇ ਹੋਣਗੇ, ਕੁਝ ਦੇਰ ਵਿਲ ਬੀ ਅਕੈਡਮਿਸ਼ਨ ਜਿਹੜੇ ਸਾਇੰਟਿਸਟ ਹਨ, ਸਾਡੇ ਜਿਹੜੇ ਕਲੀਨੀਸ਼ੀਅਨ ਹਨ ਉਹ ਵੀ ਹੋਣਗੇ ਔਰ ਇਹ ਪਬਲਿਕ ਫੋਰਮ ਹੈ। ਅਸੀਂ ਸਕੂਲ ਦੇ ਬੱਚੇ ਇਨਵਾਈਟ ਕੀਤੇ ਦੇ, ਕਾਲਜ ਸਟੂਡੈਂਟਸ ਇਨਵਾਈਟ ਕੀਤੇ ਦੇ ਔਰ ਹਮਾਰੇ ਜਿਹੜੇ ਟ੍ਰੀਟਡ ਪੇਸ਼ੈਂਟ ਹਨ ਜਾਂ ਉਹਨਾਂ ਦੇ ਜਿਹੜੇ ਕੇਅਰ ਗਿਵਰਸ ਹਨ ਉਹ ਵੀ ਸਾਰੇ ਇਸ ਫੋਰਮ ਦੇ ਬੈਠੇ ਦੇ ਹੋਣਗੇ। ਸੋ ਇਹ ਮੇਨ ਚੀਜ਼ਾਂ। ਇਹਦੇ ਇਲਾਵਾ ਇੱਕ ਬੁੱਕ ਰਿਲੀਜ਼ ਕੀਤੀ ਜਾਏਗੀ ਜਿਹੜੀ ਮੈਂ ਪੈਨ ਡਾਊਨ ਕੀਤੀ ਹੈ ਥਰੂ ਆਊਟ 2-3 ਈਅਰਸ ਲੱਗੇ। ਉਹਦੇ 'ਚ ਮੈਂ ਮਿਲਟਸ ਦੇ ਬਾਰੇ 'ਚ ਗੱਲ ਕਰ ਰਿਹਾ ਕਿ ਮਿਲਟਸ ਦੀਆਂ ਐਂਟੀ ਕੈਂਸਰ ਪ੍ਰੋਪਰਟੀਜ਼ ਔਰ ਹੈਲਥ ਬੈਨੀਫਿਟਸ ਕੀ ਹਨ। ਉਹ that will be released on the day of inauguration. So I can't talk more before it is released. ਅੱਛਾ ਕਪੂਰ ਸਾਹਿਬ, ਜਿੱਦਾਂ ਤੁਸੀਂ ਕਿਹਾ ਵੀ ਮੇਨਲੀ ਜਿਹੜਾ ਹੈ ਇਹ ਸਾਡੇ ਖਾਣ ਪੀਣ ਦਾ ਜਿਹੜਾ ਅਸਰ ਹੈ, ਪੇਟ ਦਾ ਜਿਹੜਾ ਕੈਂਸਰ ਹੈ ਮੋਸਟਲੀ ਸਾਡੇ ਖਾਣ ਪੀਣ ਦੇ ਕਰਕੇ ਇਹ ਹੁੰਦਾ। ਖਾਣ ਪੀਣ 'ਚ ਕੀ ਸਰ ਤੁਸੀਂ, ਕਿਉਂਕਿ ਕਾਫੀ ਦੇਰ ਤੋਂ ਰਿਸਰਚ ਕਰ ਰਹੇ ਹੋ ਤੁਸੀਂ, ਹੁਣ ਜਿੱਦਾਂ ਦੱਸਿਆ ਵੀ ਇੱਕ ਬੁੱਕ ਵੀ ਲਿਖੀ ਹੈ, ਤੁਸੀਂ ਕਾਫੀ ਦੇਰ ਤੋਂ ਰਿਸਰਚ ਕਰ ਰਹੇ ਹੋ ਔਰ ਤੁਸੀਂ ਇਹ ਵੀ ਕਿਹਾ ਵੀ ਕੈਂਸਰ ਦੇ ਜਿਹੜੇ ਪੇਟ ਕੈਂਸਰ ਦੇ ਮਰੀਜ਼ ਹੈ ਉਹ ਲਗਾਤਾਰ
ਵੱਧ ਰਹੇ ਨੇ। ਤੇ ਸਰ ਕੀ ਲੱਗਦਾ ਕਿ ਕਿਹੜੇ ਮੇਨ ਕਾਰਨ ਜਿਹੜੇ ਹਾਈਲਾਈਟਡ ਆ ਜਿਹੜੇ ਆਪਾਂ ਇੱਕੋ ਦਮ ਇਮੀਡੀਏਟ ਜਿਹੜੇ ਆ ਲੋਕਾਂ ਨੂੰ ਬੰਦ ਕਰਨਾ ਚਾਹੀਦਾ ਖਾਣ ਪੀਣ ਦੇ ਮਾਮਲੇ 'ਚ, ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਮੀਡੀਏਟ ਬੰਦ ਕਰ ਦੇਣੀਆਂ ਚਾਹੀਦੀਆਂ? देखो दो चीज़ें हैं। पहली चीज़ है कि चीज़ों ਨੂੰ ਬੰਦ ਕਰ ਦੇਣਾ ਟੋਟਲੀ। आई एम टोटली अगेंस्ट इस चीज़ ਦੇ ਕਿ ਤੁਸੀਂ ਚੀਜ਼ਾਂ ਖਾਣੀਆਂ ਬੰਦ ਕਰ ਦਿਓ। ਜੀ ਹਮੇਸ਼ਾ ਕੋਈ ਵੀ ਚੀਜ਼ ਜਿਹੜੀ ਅਗਰ ਮੋਡਰੇਸ਼ਨ ਵਿੱਚ ਖਾਧੀ ਜਾਏ ਔਰ ਉਹ ਅਗਰ ਉਹਦੇ ਹੈਲਥ ਬੈਨੀਫਿਟਸ ਪਤਾ ਨੇ ਸਾਨੂੰ, ਇਟ ਡਜ਼ ਨਾਟ ਕਾਜ਼ ਏ ਹਾਰਮ। ਈਵਨ ਜਿਹੜੀ ਅੱਛੀ ਚੀਜ਼ ਜਿਹੜੀ ਹੈਲਥ ਬੈਨੀਫਿਟਸ ਵਿੱਚ ਵੀ ਅਗਰ ਐਕਸੈਸ ਵਿੱਚ ਲਈ ਜਾਏ ਤਾਂ ਇਟ ਵਿਲ ਕਾਜ਼ ਏ ਹਾਰਮ। ਸੋ ਪਹਿਲੀ ਗੱਲ ਹੈ ਕਿ ਈਟ ਐਵਰੀਥਿੰਗ ਬਟ ਇਨ ਮੋਡਰੇਸ਼ਨ, ਨੰਬਰ 1। ਨੰਬਰ 2, ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ, ਐਕਸੈਸਿਵ ਯੂਜ਼ ਨਹੀਂ ਕਰਨੀਆਂ ਚਾਹੀਦੀਆਂ। ਉਹਦੇ ਵਿੱਚ ਸਭ ਤੋਂ ਪਹਿਲੇ ਹੈ ਐਨੀਥਿੰਗ ਵਿਚ ਲੀਡਸ ਟੂ ਓਬੈਸਿਟੀ, ਜਿਹਦੇ ਨਾਲ ਤੁਹਾਡਾ weight ਵੱਧ ਜਾਏ ਜਾਂ ਓਬੀਸ ਹੋ ਜਾਓ ਤੁਸੀਂ, ਉਹ ਚੀਜ਼ਾਂ ਕੋਸ਼ਿਸ਼ ਕਰੋ ਕਿ ਅਵੋਇਡ ਕੀਤੀਆਂ ਜਾਣ। ਵਿਚ ਇਨਕਲੂਡਸ ਯੂਰ ਜੰਕ ਫੂਡ, which includes your high fat diets, which includes your alcohol, which includes your red meat। ਇਹ ਚੀਜ਼ਾਂ ਜਿਹੜੀਆਂ ਅਵੋਇਡ ਕਰਨੀਆਂ ਚਾਹੀਦੀਆਂ। you should not indulge into them too frequently, that is one thing। ਦੂਸਰਾ, ਬਿਕਾਜ਼ ਅੱਜ ਕੱਲ੍ਹ ਅਸੀਂ ਵੈਜੀਟੇਬਲਸ ਜਾਂ ਫਰੂਟਸ ਵਗੈਰਾ ਜਿਹੜੇ they are good for our health, we are consuming them, but take care they should be properly washed at least 4 to 5 times before you consume them, because there is a moderate mild quantity of pesticides also which is used। so ਹਾਲਾਂਕਿ ਗੌਰਮੈਂਟ ਨੇ ਰੈਗੂਲੇਟ ਕੀਤਾ ਹੈ ਕਿਸ ਮਿਕਦਾਰ ਵਿੱਚ ਕਿਹੜਾ ਪੈਸਟੀਸਾਈਡ ਯੂਜ਼ ਕਰ ਸਕਦੇ ਹੋ, ਬਟ ਫਿਰ ਵੀ ਯੂ ਡੋਂਟ ਨੋ what type of things are used by the farmers, so you can wash them properly and then utilize them। ਉਹ ਵੀ ਤੁਹਾਡੇ ਵਾਸਤੇ ਇੱਕ ਬੈਨੀਫਿਟ ਹੋਏਗਾ ਕਿ ਉਸ ਤਰ੍ਹਾਂ ਦੀ ਚੀਜ਼ ਨਹੀਂ ਖਾਓਗੇ। ਸੀ ਫੂਡਸ ਜਿਹੜੇ ਨੇ ਉਹ ਅਗਰ smoked foods and preservatives ਦੇ ਨਾਲ ਰੱਖੇ ਗਏ ਦਿਨ, they should be avoided, they are not good for you, they cause damage to the liver also, so you should prevent yourself। ਉਹ ਨਹੀਂ ਖਾਣੇ ਚਾਹੀਦੇ ਤੁਹਾਨੂੰ, ਉਹ ਚੀਜ਼ਾਂ ਦੇ ਬਾਰੇ ਪ੍ਰੀਵੈਂਸ਼ਨ। ਘਰ ਦਾ ਅਗਰ ਕੋਈ ਵੀ ਖਾਣਾ ਘਰ ਬਣ ਰਿਹਾ ਤੁਹਾਡਾ, ਪਲਸਿਸ ਐਂਡ ਵੈਜੀਟੇਬਲਸ ਐਂਡ ਸੈਲਡਸ हैं, they are all helpful, you can eat them, again they are also to be taken in moderation। ਦੂਸਰੀ ਚੀਜ਼, ਕਦੀ ਵੀ GI ਕੈਂਸਰ ਦੇ ਵਿੱਚ what is important is I said anything which leads to say for example repeated constipation ਹੋ ਰਹੀ ਹੈ ਕਿਸੇ ਚੀਜ਼ ਨਾਲ, ਕੋਈ ਫੂਡ ਠੀਕ ਨਹੀਂ ਹੈ, some people don't tolerate milk, some people don't tolerate milk food, ਉਹ ਚੀਜ਼ਾਂ ਤੁਸੀਂ ਆਪਣੇ ਡਾਕਟਰ ਨੂੰ ਕੰਸਲਟ ਕਰਕੇ ਉਹਨੂੰ ਸਿੰਪਟਮਸ ਦੇ ਬਾਰੇ ਦੱਸ ਕੇ you can avoid those foods also, because they can lead to chronic sometime constipation, diarrhea, which is also not good for you, so the prevention should be done। ਡਾਕਟਰ ਸਾਹਿਬ ਇੱਕ ਹੋਰ ਗੱਲ ਸੀਗੀ, ਤੁਸੀਂ ਹੁਣੀ ਗੱਲ ਕਰ ਰਹੇ ਸੀਗੇ ਵੀ ਖਾਣ ਪੀਣ ਦਾ ਠੀਕ ਹੈ, ਖਾਣ ਪੀਣ ਕਿੱਦਾਂ ਕਰਨਾ, ਬਹਿ ਕੇ ਕਰਨਾ, ਕਿਹੜੀ ਪੋਜੀਸ਼ਨ 'ਚ ਕਰਨਾ, ਇਹ ਵੀ ਬੜਾ ਇੰਪੋਰਟੈਂਟ ਰੋਲ ਹੈ। ਅਤੇ ਉਹ ਕੀ ਹੈਗਾ, ਥੋੜ੍ਹਾ ਜਿਹਾ ਉਹ ਵੀ ਦੱਸੋ ਸਰ ਵੀ ਕਿੱਦਾਂ ਜੀ ਜਿਹੜਾ ਖਾਣਾ ਅਸੀਂ ਖਾਂਦੇ ਹਾਂ ਜੀ, देर इज़ ए स्पेसिफिक वे वाई आवर बॉडी इज़ मेड लाइक दिस। हमारे ਜਿਹੜੇ दांत हैं जो वो मुंह में ही क्यों है, ਬਿਲਕੁਲ ਠੀਕ ਹੈ, ਉਹ ਇਸ ਕਰਕੇ ਹੈ ਕਿ ਅਸੀਂ ਇਹਦੇ ਨਾਲ ਉਹਨੂੰ ਚਬਾ ਸਕਦੇ ਹਾਂ। ਉਹ ਫੂਡ ਜਿੱਲੇ ਚਬਾਇਆ ਜਾਏਗਾ ਔਰ ਜਿਹੜਾ ਮੂੰਹ ਦੇ ਅੰਦਰ ਸਲਾਈਵਾ ਬਣਦਾ ਉਹਦੇ ਵਿੱਚ ਵੀ ਦੇਰ ਆਰ ਸਰਟਨ ਐਨਜ਼ਾਈਮਸ ਵਿਚ ਆਰ ਇੰਪੋਰਟੈਂਟ ਕਿ ਉਸ ਫੂਡ ਦੇ ਵਿੱਚ ਜਿਹੜੀ ਚੀਜ਼ ਇਸ ਫਾਰਮ ਵਿੱਚ ਨਹੀਂ ਹੈ ਕਿ ਉਹ कोलन तक या इंटेस्टाइन तक पूछ के उधर जो अब्जॉर्ब हो सके, वो दांत उसको यहाँ से चबा के नीचे जब जाएगा फूड पाइप से, वो स्टिकी ना हो, वहाँ पे ना लगे। फूड पाइप का जो डायमीटर है वो हार्डली 1.5 सेंटीमीटर होता है और नीचे स्टमक में फिर उसमें और एंजाइम मिल के उसको डाइजेस्टेबल बना के देन एब्जॉर्प्शन स्टेज में वही एंड प्रोडक्ट में चीज़ें पहुँचती हैं जो सेलुलर लेवल पे बॉडी को बनने के लिए, बिल्टअप होने के लिए या बॉडी के सारे फंक्शन को चलाने के लिए चाहिए एट द एंड ऑफ द डे। ਬੈਠ ਕੇ ਖਾਣਾ, इसलिए ਇਹ ਇੱਕ ਇੰਡੀਅਨ ਹੈਬਿਟ ਸੀ ਕਿ ਅਸੀਂ ਆਪਣੀ ਕਿਚਨ ਦੇ ਵਿੱਚ ਪਹਿਲੇ ਥੱਲੇ बैठ के खाना खाते थे, बिल्कुल खाते थे, और तब हमारे GI के कैंसर इतने नहीं थे, बिल्कुल ठीक है, अब ज़्यादा है। क्यों? ये एक दिन में नहीं होगी कोई भी चीज़। आपको किसी भी कैंसर होने के लिए आप बोलो मैंने 2 सिगरेट पिए और मुझे कैंसर हो जाएगा, नहीं होगा। You need to smoke at least for 4 to 5 years regularly, then you will develop cancer। मैंने एक ड्रिंक अल्कोहल ले लिया, फिर 2 हफ्ते बाद एक ड्रिंक ले लिया, आपको कैंसर नहीं होगा उससे। You need to drink every day at least more than 150 ml, 100 ml, and then after 2 years you say you don't have a liver cancer या you don't have stomach or pancreatic cancer, फिर बात बनती है। वो time duration, that means length of exposure to a thing
and what type of thing we are eating both lead to occurrence of cancer. Similarly, बैठ के खाने से वो खाना जब यहाँ से नीचे पहुँचता है तो कोलन रिसेप्टिव है, वो चीज़ें उतनी डाइजेस्ट हो गई होती हैं. जब आप हरी में दौड़ते दौड़ते खाना खाते हो, खड़े खड़े खाते हो, खाना अभी पूरा चबाया ही नहीं, ऊपर से आप लिक्विड ले लेते हैं, वो सीधा स्टमक में वो अनडाइजेस्टेड होकर कोलन में पहुँच गया. अब कोलन का जो फ्लोरा है वो वैसा नहीं है जैसा कि स्टमक है. तो अनडाइजेस्टेड फूड जो उस फ्लोरा के लिए बार बार उसको इरिटेट करता है, वहाँ अल्सरेशन हो जाती है. वही रिपीटेड अल्सरेशन, डिफॉर्मेशन ऑफ जो एक्चुअल सेल्स हैं उनकी शक्ल बदल जाती है, और वो जो डिसऑर्गेनाइज्ड डिफॉर्म्ड सेल्स बनते हैं वही ट्यूमर की शक्ल इख्तियार करते हैं. बाय डेफिनेशन व्हाट इज़ कैंसर? इट इज़ द एग्रीगेशन, अमेलगमेशन ऑफ डिफॉर्म्ड एंड डिरेंज्ड सेल्स इन द बॉडी वेयर दे आर नॉट रिक्वायर्ड. तो यही कैंसर है. तो ये आपने उसको वो इम्पिटस, वो जो आप फर्टाइल ग्राउंड बना रहे हैं उस चीज़ के लिए, और साथ में आपकी ईटिंग हैबिट्स विच आई टॉक टू यू कि ये बाकी चीज़ें जो आप लेंगे वो आपको कैंसर के लिए ज़्यादा खतरनाक है. तो बैठ के खाना इसलिए इवन द वे यू कुक द फूड वो भी बहुत इम्पॉर्टेंट है. जी जी. आप अगर खाना बनाते हैं उसको बहुत ज़्यादा फ्राई करते हैं तो जो उसके एलिमेंट्स जो इम्पॉर्टेंट हैं हमारे लिए वो ख़त्म हो जाते हैं. फॉर एग्ज़ाम्पल मीट की बात करते हो आप, हम कहते हैं मीट खाने से कोलन कैंसर होता है. एक स्टडी है, इट इज़ ए वेरी ओल्ड स्टडी इन ब्रिटिश मेडिकल जर्नल. जो साउथ अफ्रीकन कंट्रीज़ के लोग थे वो बहुत मीट ईटर्स हैं जी. मीट में वो बहुत बीफ वगैरह खाते थे. पर वहाँ ये स्टडी हुई, उन्होंने देखा कि वहाँ जो रह के ये मीट खाते हैं उनको कैंसर नहीं होता. ओके. लेकिन वही मीट जो वहाँ पे वाइट्स लोग हैं जब वो आके खाते हैं तो उनको कैंसर होता है. तो ये स्टडी BMJ में, इट इज़ आई थिंक एज ओल्ड एज आई थिंक 1905 या 4 की स्टडी है, मैं एग्जैक्ट अभी याद नहीं कर पा रहा. तो देयर वाज समबडी हु स्टडीड इट कोलेटरली. तो उन्होंने देखा जो उनका बनाने का तरीका था, वो मीट को कभी भी फ्राई नहीं करते थे. वो पानी में डाल के धो के मीट को पानी में डालते थे, उसके बाद उसको पानी में बॉयल करके वो राह से पक्का होता था उसको खाते थे. देन समबडी कोरिलेटेड एंड फाउंड आउट कि जो फ्राई करने से जो नाइट्रोसामाइंस है मीट के अंदर, जो वो कंपोनेंट है वो कार्सिनोजेनिक है. वो जो अंदर ब्लड होता है उसमें वो कंपोनेंट जाके वो अंदर ही रह जाता है, अंदर जाके बॉडी में फिर जब डाइजेशन शुरू होती है वो रिलीज़ होता है और वो कैंसर होता है. जो कि पानी में ऐसा करने से वो धुल के निकल जाता था, इसलिए उनको कैंसर नहीं होता था, इन लोगों को होता था. हालांकि ईटिंग पैटर्न में मीट दोनों ही खा रहे थे. सो प्रोसेस ऑफ कुकिंग इज़ आल्सो इम्पॉर्टेंट. ईटिंग द वे यू आर ईटिंग, हाउ यू आर ईटिंग इट इज़ आल्सो इम्पॉर्टेंट. अगर आप इसको माइथोलॉजी आयल से, सनातन धर्म की माइथोलॉजी से लेके देखें तो ये बड़ा सिंपल है कहना कि जैसा आप भोजन करेंगे उस तरह की ही आपकी मन की वृत्ति भी बनती है. सो तामसिक भोजन, हमें कहते हैं कि तामसिक भोजन खाने से आपके ख्यालात वैसे होते हैं, वैसे ही वैसे भोजन आपके खाने के लिए अगर आप एक्सेस में खाते हैं तो आपके बॉडी भी उसको टॉलरेट नहीं करती है. सो इट इज़ द सेम वे. और दूसरा क्वेश्चन जो होता था हमेशा कि योगा का इससे क्या है? योगा हमारी इम्यूनिटी को बढ़ाता है, और कैंसर हमेशा उनमें जिनमें इम्यूनिटी कम होती है उनमें ज़्यादा जल्दी होता है. ट्रीटमेंट के टाइम पे कैंसर के पेशेंट्स की इम्यूनिटी कम होती है, अगर योगा साथ इंट्रोड्यूस किया जाए तो वो बेटर टॉलरेंस टू ट्रीटमेंट होती है. सर्वाइवर जो हैं जिनको ये हमेशा उनके मन में ये फियर रहता है कि क्या पता हमें दोबारा से हो जाएगा कैंसर, हम दिखाने जा रहे हैं, उनको योगा और स्पिरिचुअलिटी से उनका जो मन का गठन है वो अच्छा होता है. दे आल्सो फील that they become more and more receptive to this thing, और वो उनका ओवरऑल माइंड सेट चेंज होता है, इसलिए इसको भी इंटीग्रेट किया गया था. थैंक यू डॉक्टर साहब. थैंक यू सो मच. तो ਪ੍ਰੋਫੈਸਰ ਰਕੇਸ਼ ਕਪੂਰ ਜੀ ਤੇ ਜਿਨ੍ਹਾਂ ਨੇ ਦੱਸਿਆ ਕਿ ਮਤਲਬ ਕਿ ਜਿਹੜਾ ਸਾਡਾ ਖਾਣ ਪੀਣ, ਜਦ ਅਸੀਂ ਖਾਣ ਪੀਣ ਆਪਣਾ ਸੁਧਾਰ ਲਈਏ, ਦੂਸਰਾ ਖਾਣ ਪੀਣ ਦਾ ਤਰੀਕਾ ਸੁਧਾਰ ਲਈਏ ਤਾਂ ਐਸੀ ਕੈਂਸਰ ਜੈਸੀ ਜਿਹੜੀ ਲਾਈਲਾਜ ਬਿਮਾਰੀ ਹੈ ਇਸ ਤੋਂ ਵੀ ਬਚ ਸਕਦੇ ਹਾਂ. ਇਹ ਇੱਕ ਬਹੁਤ ਵੱਡੀ ਗੱਲ ਹੈ. ਹਾਲਾਂਕਿ ਇਸ ਬਿਮਾਰੀ ਦਾ ਇਲਾਜ ਸੰਭਵ ਹੈ, ਅੱਜ ਦੀ ਡੇਟ 'ਚ ਇਹ ਬਿਮਾਰੀਆਂ ਜਿੰਨੀਆਂ ਵੀ ਹੈਗੀਆਂ ਇਹਨਾਂ ਦਾ ਇਲਾਜ ਸੰਭਵ ਹੈ. ਫਿਰ ਵੀ ਜਿਹੜੀ ਇਸ ਦੀ ਜਿਹੜੀ ਸੰਖਿਆ ਹੈਗੀ ਹੈ, ਮਰੀਜ਼ਾਂ ਦੀ ਜਿਹੜੀ ਸੰਖਿਆ ਉਹ ਲਗਾਤਾਰ ਵੱਧ ਰਹੀ ਹੈ. ਉਸ ਦਾ ਕਾਰਨ ਇਹੀ ਹੈ ਵੀ ਸਾਡਾ ਖਾਣ ਪੀਣ ਜਿਹੜਾ ਹੈ ਉਹ ਖਰਾਬ ਹੈ, ਉਸ 'ਚ ਸੁਧਾਰ ਦੀ ਲੋੜ ਹੈ.
डिपार्टमेंट ऑफ रेडियोथेरेपी एंड ऑन्कोलॉजी पीजीआई चंडीगढ़ और जीआई ऑन्को सोसाइटी ऑफ इंडिया जो है मिल के 8, 9 और 10 नवंबर 2024 को अपर जीआई कैंसर के रिलेटेड ये कॉन्फ्रेंस जो है ये कर रहे हैं। और इस कॉन्फ्रेंस में 300 से ज़्यादा जो है डेलीगेट्स जो पार्टिसिपेट कर रहे हैं और उसमें देयर इज़ ए इंटरनेशनल फैकल्टी आल्सो which is coming from Oxford, UK, Cardiff, and as well as from Singapore and Thailand, Duke University, Singapore. So Dr. Divya is the organizing secretary of the conference, and I am the organizing chairman, as well as I am the president of the GI Onco Society of India also. So ये हमने फर्स्ट टाइम इस रीजन में ली। इसकी जो स्पेशलिटी है इस कॉन्फ्रेंस की, जो यूनिक चीज़ है वो ये है कि देयर विल बी participants who will be surgeons, who will be medical oncologists, who will be radiologists, intervention radiologists, then molecular pathologists जो abroad से भी आ रहे हैं, और योगा स्पिरिचुअलिटी के रिलेटेड लोग, डाइटिक्स के लोग जो कि डाइट के साथ रिलेटेड हैं, बिकॉज डेडिकेटेड सेशंस हमने बांटे हुए हैं। पहला दिन जो है वो लीवर कैंसर के ऊपर एक वर्कशॉप होगी जो पीजीआई में होगी। उसमें 100 के करीब लोग जो ट्रेनिंग के लिए आएंगे, जो हम एसबीआरटी टेक्निक की ट्रेनिंग देंगे उनको। सेकंड और थर्ड डे जो कॉन्फ्रेंस का है वो होटल रेड रेडिसन में है। वहाँ पे 2 दिन में ये अपर जीआई कैंसर पे उनकी प्रिवेंशन, डायग्नोसिस और ट्रीटमेंट तीनों के ऊपर हर स्पेशलिटी का जॉइंट सेशन होंगे। 2 यूनिक सेशंस हैं। एक हम कंसेंसस गाइडलाइन फॉर गॉल ब्लैडर कैंसर डेवलप कर रहे हैं जो एशियन रीजन के लिए, जिसमें पूरी कंट्री के लोग हैं, और दूसरा एक डेडिकेटेड यू कैन से पूरी पब्लिक फोरम है जो योगा, स्पिरिचुअलिटी, एक्सरसाइज, डाइट और मैनेजमेंट, उसमें स्कूल के लोग, कॉलेज के बच्चे, हमारे कैंसर सर्वाइवर्स और एक्सपर्ट्स ऑफ योगा एंड वो दे विल बी पार्टिसिपेटिंग। So this is how we are going to unfold the academic activity as well as the other things which are related to the GI cancer के साथ वो उनको unfold करेंगे। So I request that through you people, through media, क्योंकि हम डाइट और प्रिवेंटरी मेजर्स पे भी करेंगे, तो आई इन्विटेशन आपको ऑफिशियली हमारा PRO ऑफिस दे ही रहा है। So all of you should disseminate this knowledge because you are our basically the messengers to the public। हम तो क्लोज डोर कॉरिडोर में मीटिंग करेंगे ही करेंगे, बट वो मीटिंग का जो आउटपुट है तभी बेनिफिशियल है अगर वो पब्लिक को जाए और पब्लिक उसके ऊपर वो उसको फॉलो करे, प्रिवेंटिव और रिस्क फैक्टर्स को कैसे कंट्रोल कर सकते हैं, सिम्टम्स क्या है। तो उसमें आई रिक्वेस्ट यू ऑल ऑफ you should help us in disseminating that because your voice is heard more in the public than we approaching many a time directly to the public. So that benefit I think should be good for the region. That is how we are planning, and that is my thought also. Dr. Divya, my whole team, Dr. Sushmita, we are all working day in day out to make it a success. It is for last 1 year we are doing it because you know at the end of the day doing anything you need money also and you need a lot of brain and inputs के किसको बुलाएं किसको ना बुलाएं, so they should be good experts. So Dr. Divya has done a good work. I'll request her now to say something to the media. सबसे पहले जब कोई भी हम काम शुरू करते हैं, वी हैव टू थिंक कि हमने करना क्यों है, and there was lot of thoughts which went into let's decide about the topic. So the topic which was chosen, because gastrointestinal cancers is a teamwork, it's a multidisciplinary approach, so that is why we chose the theme Bridging Horizons, integrative approaches to upper gastrointestinal and hepatopancreatic ovarian malignancies. We have a dedicated team at PGI where gastroenterologists, gastrointestinal surgery department, radiology department, hepatology department, medical oncology, and our department, radiotherapy and oncology, we all are working as a group, as a team. And then the approach was, we are not only going to discuss about the treatment approaches, we want to discuss about the prevention part also, the diagnostic part also, and the management part also. Because
more than 50% of the gastrointestinal cancers, they are caused by the modifiable risk factors. Now, what are these modifiable risk factors which we can modify, and where the role of diet, exercise, physical exercise, yoga, and spirituality comes. And I know there will be many questions. What is the scientific evidence? What is there? Which we will be discussing in an open public forum, which is scheduled on 10th of November at 10:15 a.m. at Hotel Radisson Red, where we have the academic experts, we have the yoga experts, we have the spiritual experts, and the dietetics experts with us. They will be sharing their own insights. In addition, we have the cancer survivors who will share their own experience and how they have changed their life or their practices, and they can guide the public also. So when we talk about the risk factors, if we see the upper gastrointestinal cancers, these are the esophagus, stomach, pancreas, liver, and then there are the lower cancers, which is the colorectum or the bowel cancer. If we talk about the modifiable risk factors, these are common for all the malignancies. That is your dietary practice, that is your physical exercise. So we emphasize the importance of this, that you integrate the traditional practices which we follow in India. If you see, the Indian literature has been so old, and people are following in the West also. So you integrate the traditional practices with the modern treatment methods, so that the coming generation, you prevent the disease, and then you have effective treatment approaches also for the patients. So that was our intention of doing this. मैम 10th को आपने बोला कि पब्लिक फोरम में आप कर रहे हैं, जिसके लिए आपने कैसे पब्लिक को इनवाइट किया है? क्या हमें We have sent invites to the universities, we have sent invites to the schools also, and then we have invited cancer survivors who are coming to our OPD and their caregivers and support who want to know more about the cancers, because that would be a dedicated session for. ਮੈਂ ਦਿਨੇਸ਼ ਗੋਇਲ, ਕੈਮਰਾਮੈਨ ਦੀਪਕ ਦੇ ਨਾਲ, ਥੈਂਕਸ ਟੂ ਐਟੀਵੀ ਲਈ, ਚੰਡੀਗੜ੍ਹ ਤੋਂ।